ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਣਾ ਦੇ ਵੱਲੋਂ ਪਿਛਲੇ ਦਿਨੀ ਅਗਨੀਪਥ ਸਕੀਮ ਦਾ ਐਲਾਨ ਕੀਤਾ ਗਿਆ। ਇਸ ਸਕੀਮ ਦੇ ਅਧੀਨ ਨੌਜਵਾਨਾਂ ਨੂੰ 4 ਸਾਲ ਦੇ ਲਈ ਸੈਨਾ ਦੇ ਵਿੱਚ ਭਰਤੀ ਕੀਤਾ ਜਾਵੇਗਾ। ਇਸ ਸਕੀਮ ਤੋਂ ਬਾਅਦ ਹੁਣ ਨੌਜਵਾਨਾਂ ਦੇ ਵੱਲੋਂ ਇਸ ਸਕੀਮ ਦਾ ਵਿਰੋਧ ਕੀਤਾ ਜਾਣਾ ਸ਼ੁਰੂ ਹੋ ਚੁੱਕਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਇਸ ਸਕੀਮ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੌਜਵਾਨਾਂ ਦੇ ਮਨਾਂ ਦੇ ਵਿੱਚ ਬਣੇ ਹੋਏ ਨੇ। ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ 4 ਸਾਲ ਦੀ ਨੌਕਰੀ ਤੋਂ ਬਾਅਦ ਨੌਜਵਾਨ ਕੀ ਕਰਨਗੇ। ਕੁਝ ਮਾਹਿਰ ਕਹਿ ਰਹੇ ਨੇ ਕਿ ਇਸ ਤੋਂ ਬਾਅਦ ਬੇਰੁਜ਼ਗਾਰੀ ਹੋਰ ਜ਼ਿਆਦਾ ਵੱਧ ਜਾਵੇਗੀ। ਤਾਂ तमाम ਜਿਹੜੇ ਸਵਾਲ ਹੈਗੇ ਨੇ, ਇਹਨਾਂ ਸਵਾਲਾਂ ਦਾ ਜਵਾਬ ਲੈਣ ਦੇ ਲਈ ਅਸੀਂ ਰਿਟਾਇਰਡ 에ਅਰ ਵਾਈਸ ਮਾਰਸ਼ਲ ਸਰਬਜੀਤ ਸਿੰਘ ਹੋਟੀ ਉਹਨਾਂ ਦੇ ਕੋਲ ਪਹੁੰਚੇ ਹੋਏ ਆ। ਸਾਰੇ ਸਵਾਲਾਂ ਦੇ ਜਵਾਬ ਲੈਣੇ ਆ। ਸਰਬਜੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ। ਸਰ, ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਬਹੁਤ ਧੰਨਵਾਦ ਤੁਹਾਡੇ ਆਉਣ 'ਤੇ। ਇਸ ਜਿਹੜਾ ਨਵੀਂ ਜਿਹੜੀ ਐਲਾਨ ਹੋਇਆ ਇਸ ਸਕੀਮ ਦੇ ਬਾਰੇ ਮੈਂ ਵੀ ਪੜ੍ਹਿਆ ਸੁਣਿਆ, ਤਾਂ ਬੜੇ ਕ੍ਰੋਸ ਸੈਕਸ਼ਨ ਦੇ ਵਿਊਜ਼ ਆ ਰਹੇ ਹੈਗੇ ਕੀ ਕਰਨਾ ਕਿੱਦਾਂ ਨਹੀਂ ਹੈ। ਹਾਂ, ਮੇਰੇ ਖਿਆਲਾਤ ਹੈ, ਮੇਰੇ ਹਿਸਾਬ ਨਾਲ ਬਹੁਤ ਬੜੀ ਅੱਛੀ ਚੀਜ਼ ਸਕੀਮ ਗਵਰਨਮੈਂਟ ਨੇ ਕੱਢੀ ਗਈ ਹੈ। ਇਟ ਇਜ਼ ਡੈਫੀਨਿਟਲੀ ਜਿੱਦਾਂ ਚੀਫ ਦੀਆਂ ਇੰਟਰਵਿਊ ਹੋਈਆਂ ਸੀਗੀਆਂ, ਇਟਸ ਅ ਪਾਥ ਬ੍ਰੇਕਿੰਗ, ਇਜ਼ ਰੀਅਲੀ ਸਮਥਿੰਗ ਨਿਊ ਜਿਹੜੀ ਚੀਜ਼ ਆ ਰਹੀ ਹੈ। ਬਹੁਤ ਚੰਗੀ ਚੀਜ਼ ਫॉर द ਯੂਥ, ਫॉर द ਕੰਟਰੀ, ਇਨ ਅ ਵੈਰੀ ਬਿਗ ਵੇ। ਅੱਛਾ, ਤੁਸੀਂ ਕਿਵੇਂ ਦੇਖਦੇ ਹੋ ਇੱਕ ਚੰਗੀ ਸਕੀਮ ਤੁਸੀਂ ਇਸ ਸਕੀਮ ਨੂੰ ਦੱਸਿਆ ਹੈਗਾ, ਤਾਂ ਦੇਸ਼ ਦੇ ਵਿੱਚ ਜਿਵੇਂ ਨੌਜਵਾਨ ਵਿਰੋਧ ਕਰ ਰਹੇ ਨੇ, ਇਹ ਵਿਰੋਧ ਨੂੰ ਕਾਰਨ ਕੀ ਸਮਝਦੇ ਹੋ ਤੁਸੀਂ? ਅਸੀਂ ਪਹਿਲਾਂ ਵਿਰੋਧ ਵੱਲ ਚਲੇ ਗਏ ਹਾਂ। ਪਹਿਲਾਂ ਆਪਾਂ ਸਕੀਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗਵਰਨਮੈਂਟ ਦੇ ਕੀ ਆਈਡੀਆ ਕੀ ਹੈ ਟੂ ਗੈਟ ਬਿਹਾਈਂਡ ਇਹ ਚੀਜ਼ ਸ਼ੁਰੂ ਕਰਨ ਦੀ। ਮੈਂ ਕਈ ਬਿਗਰ ਪਰਸਪੈਕਟਿਵ ਦੇ ਅੰਦਾਜ਼ ਨਾਲ ਦੇਖਣਾ ਚਾਹ ਰਿਹਾ ਹੈਗਾ ਜੀ। ਦੇਖੋ, ਸਭ ਤੋਂ ਬੜੀ ਚੀਜ਼ ਹੈਗੀ ਹੈ ਕਿ ਸਾਡੇ ਕੋਲ ਜਿਹੜੀ ਯੰਗ ਦ ਫੋਰਸਿਸ ਹੈਜ਼ ਟੂ ਬੀ ਯੰਗ, ਦ ਫਾਈਟਿੰਗ ਫੋਰਸ ਹੈਜ਼ ਟੂ ਬੀ ਯੰਗ, ਦੈਟ ਇਜ਼ ਨੰਬਰ 1। ਨੰਬਰ 2, ਸਾਡੇ ਕੋਲ ਮੋਬਿਲਾਈਜੇਸ਼ਨ ਕਰਨ ਵਾਸਤੇ ਕੱਲ੍ਹ ਤੁਸੀਂ ਹੁਣ ਯੂਕਰੇਨ ਦਾ ਕਰ ਰਿਹਾ ਕਿ ਸਡਨਲੀ ਤੁਹਾਡੀ ਫੋਰਸਿਸ ਦੀ ਰਿਕੁਆਇਰਮੈਂਟ ਹੋ ਜਾਂਦੀ, ਮੋਬਿਲਾਈਜੇਸ਼ਨ ਹੋਰ ਲੋਕਾਂ ਨੂੰ ਐਡ ਕਰਨ ਦੀ ਲੋੜ ਹੈਗੀ ਹੈ, ਇਨਸਕ੍ਰਿਪਸ਼ਨ ਦੀ ਲੋੜ ਹੈਗੀ ਹੈ। ਉਸ ਜਿਹੇ ਟਾਈਮ 'ਤੇ ਓਵਰਨਾਈਟ ਫੌਜੀ ਟ੍ਰੇਨ ਨਹੀਂ ਹੋ ਸਕਦਾ। ਵੀ ਸ਼ੁਡ ਨੀਡ ਟੂ ਹੈਵ ਅ ਬਿਗ ਰਿਜ਼ਰਵ ਔਨਟੂ ਉਹਦੇ ਕਿ ਇਹੋ ਜਿਹੇ ਮੌਕੇ 'ਤੇ ਸਾਡੇ ਆ ਜਾਣ, ਜਿੱਦਾਂ ਹੁਣ ਤੁਸੀਂ ਚਾਈਨਾ ਦੇ ਨਾਲ ਸਾਡੀ ਸਕਮਿਸ਼ ਹੋਈ ਸੀਗੀ ਲਦਾਖ ਏਰੀਆ 'ਚ। ਸੋ ਇਹ 2-3 ਚੀਜ਼ਾਂ ਜਿਹੜੀਆਂ ਯੂਥ ਓਵਰ ਦੇਅਰ ਐਂਡ ਟੂ ਫੋਲੋ ਅਪ, ਇਹ ਪਹਿਲੀ ਚੀਜ਼ ਹੈਗੀ ਹੈ ਫਰੋਮ ਦ ਡਿਫੈਂਸ ਆਫ ਦ ਕੰਟਰੀ। ਇਹ ਬਹੁਤ ਉਸ ਚੀਜ਼ਾਂ ਨੂੰ ਬਹੁਤ ਬੜਾ ਮਹੱਤਵ ਇਹ ਦੇ ਸਕਦੀ, ਬਹੁਤ ਇੰਪੋਰਟੈਂਸ ਦੇ ਸਕਦੀ ਹੈ। ਸੋ ਇਹ 2 ਚੀਜ਼ਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਇਹ ਪਹਿਲਾਂ ਚੀਜ਼ਾਂ ਇਹ ਹੁੰਦੀਆਂ। ਬਾਕੀ ਜੋ ਯੁੱਧ ਦੀਆਂ ਗੱਲਾਂ ਉਹ ਤੁਸੀਂ ਫਿਰ ਮੈਨੂੰ ਤੋਂ ਸਵਾਲ ਪੁੱਛੋ, ਮੈਂ ਦੱਸਦਾ। ਪਰ ਬਿਗੇਸਟ ਗੇਨ is that the fighting force will be young. We'll have a very large number of reserve available who are available to the country and to the defense of the nation when required to. ਅੱਛਾ, ਇਸੇ ਦੇ ਨਾਲ ਹੀ ਮੈਂ ਸਵਾਲ ਇੱਕ ਲੈਣਾ ਚਾਹੁੰਦਾ। ਕਿਹਾ ਜਾ ਰਿਹਾ ਕਿ 4 ਸਾਲ ਦੇ ਲਈ ਜਦੋਂ ਰਿਕਰੂਟਮੈਂਟ ਜਿਹੜੀ ਕੀਤੀ ਜਾਏਗੀ, ਨਵੇਂ ਮੁੰਡੇ ਹੋਣਗੇ, ਨਵੇਂ ਨੌਜਵਾਨ ਭਰਤੀ ਕੀਤੇ ਜਾਣਗੇ, ਤਾਂ ਕਹਿੰਦੇ ਐਕਸਪੀਰੀਅੰਸ ਦੀ ਘਾਟ ਜਿਹੜੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਨਹੀਂ। ਪਹਿਲਾਂ ਤਾਂ ਤੁਹਾਨੂੰ ਸਮਝਣਾ ਚਾਹੀਦਾ ਕਿ ਦੇਖੋ, ਜੇ ਘਾਟ ਹੈਗੀ ਇਹੀ ਤਾਂ ਜਿਹੜਾ ਨਾ ਕਿ ਓਲਡ ਟਾਈਮਰਸ ਆਪਣਾ ਨੂੰ ਖਿਆਲਾਤ ਨੂੰ ਬਦਲਣਾ ਨਹੀਂ ਚਾਹੁੰਦੇ। ਬਹੁਤ ਜਿਹੜੀ ਕਿ ਯੂਥ ਆਫ ਟੂਡੇ, ਯਾਨੀ ਕਿ 2022 ਦਾ, ਹੁਣ ਸਾਡੇ ਟਾਈਮ 'ਤੇ ਵੈਨ ਆਈ ਵਾਜ਼ ਅ ਕੈਡਟ, ਆਈ ਜੁਆਇਨ ਦੀ ਨੈਸ਼ਨਲ ਡਿਫੈਂਸ 1965 'ਚ ਜੁਆਇਨ ਕੀਤਾ ਸੀ। ਸੇਮ ਏਜ ਐਟ 15.5 16.5। ਤੁਸੀਂ ਵੀ ਸਮਝਦੇ ਹੋ ਕਿ ਸਾਡੇ ਟਾਈਮ ਜਿਹੜੀ ਕਿ ਟ੍ਰੇਨਿੰਗ ਅਫਸਰ ਬਣਦੀ IMA ਦੀ 1 ਸਾਲ ਦੀ ਟ੍ਰੇਨਿੰਗ ਹੈ, OTU ਦੀ 9 ਮਹੀਨੇ ਦੀ ਟ੍ਰੇਨਿੰਗ ਹੈ। ਬਟ ਦੇਖੋ, ਇਹ ਇੰਨੇ 60-70 ਸਾਲਾਂ 'ਚ ਨਾ ਦੀ ਫਿਜ਼ੀਕਲ ਫਿਟਨੈਸ, ਮੈਂਟਲ ਐਬਿਲਿਟੀ, ਐਕਸਪੋਜ਼ਰ ਆਫ ਟੂਡੇਜ਼ ਯੂਥ ਇਜ਼ ਮਚ ਮੋਰ। ਤੁਸੀਂ ਦੇਖੋ, ਫਿਜ਼ੀਕਲ ਫਿਟਨੈਸ ਦੀ ਗੱਲ ਹੈ, ਕਾਫੀ ਟ੍ਰੇਨਿੰਗ ਫਿਜ਼ੀਕਲ ਫਿਟਨੈਸ ਵੱਲ ਜਾਂਦੇ ਆ। ਉਹ ਸਾਡੇ ਟਾਈਮ 'ਤੇ ਜਿਹੜੇ ਪਹਿਲੀ ਵਾਰ ਗਏ ਤਾਂ ਕੋਈ ਬੰਦਾ ਨੱਠਿਆ ਵੀ ਨਹੀਂ ਸੀ ਅਸੀਂ। ਹੁਣ ਅੱਜ ਕੱਲ੍ਹ ਤਾਂ ਤੁਸੀਂ ਦੱਸੋ, ਅੱਜ ਕੱਲ੍ਹ ਦਾ ਯੂਥ ਜਿਹੜਾ ਹੁਣੀ ਤੋਂ ਜਿਮ ਜਾਣ ਕੇ, ਹੀ ਇਜ਼ ਵੈਰੀ ਫਿਜ਼ੀਕਲੀ ਫਿਟ। ਫਿਜ਼ੀਕਲ ਫਿਟਨੈਸ ਦੀ ਕੌਨਸ਼ੀਅਸ ਇਜ਼ ਹਾਫ ਅਮਾਊਂਟ ਆਫ ਦ ਟ੍ਰੇਨਿੰਗ। ਮੈਨੂੰ ਪਤਾ ਜਿਹੜੀ ਮੇਰੀ ਬੜੀਆਂ ਔਖੀਆਂ ਚੀਜ਼ਾਂ ਸੀ, ਜੰਪ ਕਰਾਉਣਾ, ਰੋਪ ਵਰਕ ਕਰਨਾ, ਇਹ ਕਰਨਾ, ਬਹੁਤ ਟਾਈਮ ਲੱਗਿਆ ਸੀ ਕਰਕੇ ਬੋਡੀ ਨੂੰ ਉਸ ਸਾਈਡ ਨੂੰ ਲਿਜਾਣ ਨੂੰ। ਟੁਡੇ ਯੂਥ ਇਜ਼ ਵੈਰੀ ਫਿਟ ਦਿਸ ਥਿੰਗ। ਦੂਜਾ ਤੁਸੀਂ ਕਹੋ ਅਵੇਅਰਨੈਸ, ਦੇਖੋ ਵਿਦ ਮੀਡੀਆ, ਇੰਟਰਨੈਟ, ਹੀ ਇਜ਼ ਵੈਰੀ ਨੌਲੇਜੇਬਲ ਆਲਰੇਡੀ ਕਿਸੇ ਚੀਜ਼ ਦੇ ਕਰ ਰਿਹਾ। ਸੋ ਮੇਰੇ ਹਿਸਾਬ ਦੇ ਨਾਲ ਇਹ ਟ੍ਰੇਨਿੰਗ ਜਿਹੜੀ 6 ਮਹੀਨੇ ਦੀ ਟ੍ਰੇਨਿੰਗ ਹੈ, ਤੁਹਾਨੂੰ ਦੱਸੇ ਅਫਸਰ 9 ਮਹੀਨੇ 'ਚ ਬਣਾਉਂਦੇ ਆ। ਕੀ ਫਰਕ ਹੋਇਆ 3 ਮਹੀਨੇ 'ਚ? ਤਾਂ ਹਾਲੇ ਅਸੀਂ ਵੀ ਆਰ ਯੂਜ਼ਿੰਗ ਓਨਲੀ ਐਜ਼ ਅ ਵੀਰ, ਅਗਨੀਵੀਰ। ਸਿਪਾਹੀ ਦਾ ਕੰਮ ਹੈ, ਬਹੁਤ ਹੈ, ਐਂਡ ਟ੍ਰੇਨਿੰਗ ਅੱਛੀ ਹੋਣੀ ਚਾਹੀਦੀ ਹੈ। ਐਂਡ ਉਸ ਟ੍ਰੇਨ ਦੀ ਨਾਲ ਟੂ ਮਾਈ ਮਾਈਂਡ ਪਰਫੈਕਟਲੀ ਓਕੇ। ਲਾਈਕ ਆਈ ਸੈਡ, ਓਲਡ ਟਾਈਮਰ ਆਪਣੇ ਚੀਜ਼ ਕਮਾਲ ਕਰਦੇ। ਤੁਸੀਂ ਦੱਸੋ ਕਿ ਤੁਸੀਂ ਦੱਸੋ 6 ਮਹੀਨੇ ਦੀ ਟ੍ਰੇਨਿੰਗ 9 ਮਹੀਨੇ ਦਾ ਕੋਈ ਫਰਕ ਹੈ? ਉੱਥੇ ਅਫਸਰ ਬਣ ਰਿਹਾ ਅੱਜ ਦੇ ਦਿਨ 'ਚ।
ਅੱਛਾ, ਸਭ ਤੋਂ ਵੱਡਾ ਸਵਾਲ ਜਿਹੜਾ ਨੌਜਵਾਨਾਂ ਦੇ ਮਨਾਂ ਦੇ ਵਿੱਚ ਇਹ ਬਣਿਆ, ਕਹਿੰਦੇ ਨੇ ਕਿ 4 ਸਾਲ ਦੀ ਨੌਕਰੀ ਤੋਂ ਬਾਅਦ ਸਾਡੇ ਲਈ ਨੌਕਰੀ ਦੀਆਂ ਆਪਸ਼ਨਾਂ ਕਹਿੰਦੇ ਘੱਟ ਜਾਣਗੀਆਂ, ਉਸ ਤਰੀਕੇ ਦੇ ਨਾਲ ਸਟੱਡੀ ਜਿਹੜੀ ਆ ਉਹ ਵੀ ਛੁੱਟ ਜਾਏਗੀ, ਗ੍ਰੈਜੂਏਸ਼ਨ ਕਰਨੀ ਜਿਹੜੀ ਉਹ ਵੀ ਰਹਿ ਜਾਏਗੀ, ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਨੌਜਵਾਨ ਕਰਨਗੇ ਕੀ? ਮੈਨੂੰ ਹਾਸਾ ਆ ਰਿਹਾ ਹੈ ਕਿ ਤੁਹਾਡੇ ਸਵਾਲ ਤੋਂ ਹੀ ਦੇਖੋ ਕੁਦਰਤੀ ਕਿਉਂ ਹਾਸਾ, ਤੁਸੀਂ ਦੱਸੋ ਮੇਰੇ ਜਿਹੜਾ ਛੋਟਾ ਕੰਮ ਚੱਲਿਆ, ਮੇਰੇ ਕੋਲ 200-250 ਯੰਗਸਟਰਸ ਕੰਮ ਕਰ ਰਿਹਾ, ਮੈਂ ਉਹਨਾਂ ਦਾ ਦੇਖਾ, ਪਤਾ ਕੀ ਏਜ ਬ੍ਰੈਕਟ ਹੈ, ਤੁਸੀਂ ਜਾ ਕੇ ਦੇਖੋ ਮੇਰੇ ਆਫਿਸ 'ਚ, ਇੱਕ ਕਰੈਕਟ ਆਨਸਰ ਹੈਗਾ 21 ਤੋਂ ਲੈ ਕੇ 25-26 ਤਾਈਂ। 21-25 ਤੋਂ ਉੱਦਾਂ ਹੀ ਵਿਚਾਰਾ ਕੋਈ ਬੇਲਾ ਸੀਗਾ ਹਾਲੇ ਤਾਈਂ, ਉਹ 25 ਸਾਲ ਤੇ ਜਿਹੜੇ ਉਹਨੇ ਆਮ ਮੇਰੇ ਨਾਲ ਕੰਮ ਕਰਦੇ 3-4 ਸਾਲ ਕੀਤਾ, ਉਹਦਾ ਲੈਵਲ ਉੱਥੇ ਕੀ ਪਹੁੰਚਿਆ ਵਿਚਾਰਾ। ਟੁਡੇ ਦ ਬਿਗੇਸਟ ਥਿੰਗ ਇਜ਼ ਦਿਸ, ਜਿਹੜੀ ਕਿ ਐਨਰਜੀ ਹੈ ਆਫ ਦੀ ਯੰਗਸਟਰਸ ਦੇ ਲਈ ਟੂ ਗਿਵ ਅ ਜੋਬ ਓਪਰਚੁਨਿਟੀ, ਦੀ ਅਮਾਊਂਟ ਜੋ ਸੈਲਰੀ ਮਿਲਣੀ ਵਗੈਰਾ ਜੇ ਜਲਦੀ ਸ਼ੁਰੂ ਹੋ ਜਾਏ, ਉਹਦਾ ਕਿੱਥੇ ਸਕੋਪ ਪਹਿਲਾਂ ਚੱਲੂਗਾ, ਫਸਟ ਸੈਟਿਸਫੈਕਸ਼ਨ ਮਿਲੂਗੀ ਕਿ ਨਹੀਂ। ਹੁਣ ਜਿਹਨੇ ਸਪੋਜ਼ 17.5 ਜੁਆਇਨ ਕੀਤੀ ਹੈ, 17.5 ਤਾਂ 4 ਕਿੰਨੇ ਬਣੇ ਜੀ, 21, ਮੇਰੇ ਕੋਲ ਤਾਂ 21 ਸਾਲ ਦਾ ਜੁਆਇਨ BA ਕਰਕੇ ਮਸੀਂ ਆਉਂਦਾ ਹੈ। ਤੁਸੀਂ ਦੇਖੋ ਹਾਲੇ ਵੀ ਦੇਖੋ ਸਾਡੀ ਪੜ੍ਹਾਈ ਦਾ ਜੋ ਸਿਸਟਮ ਹੈਗਾ 10+2 ਦੇ ਬਾਅਦ ਕਿੱਥੇ ਤੁਸੀਂ ਯਾਨੀ ਤੁਹਾਡੀ ਹਾਲੇ ਵੀ ਯਾਨੀ ਪੰਜਾਬ ਸਾਡੇ ਇਹ ਚੀਜ਼ ਮੈਂ ਕਹਿਣ ਦੀ ਗੱਲ ਨਹੀਂ ਬਣਦੀ ਕਿ ਸਟਿਲ ਅ ਕਾਲਜ ਐਜੂਕੇਸ਼ਨ ਲੈਵਲ ਜਿਹੜਾ ਹੈ ਐਜੂਕੇਸ਼ਨ ਦਾ ਚੀਜ਼ ਹੈ ਟੂ ਅ ਗਲੋਬਲ ਸਟੈਂਡਰਡ ਐਵਰੇਜ ਨੌਲੇਜ ਜਿਹੜੀ ਕੀ ਹੈ। ਯੈਸ ਦੇਰ ਇਜ਼ ਅ ਕਰੀਮ, ਉਹ ਜਿਹੜੀ ਕਰੀਮ ਨੇ ਤਾਂ ਅੱਗੇ ਨੱਠ ਜਾਣਾ, ਕੋਈ ਬੈਂਗਲੋਰ ਚਲੇ ਗਿਆ ਇਹ ਚਲੇ ਗਿਆ, ਪਰ ਜਿਹੜੀ ਐਵਰੇਜ ਜਿਹੜੀ ਹੈ ਜਿਹੜੀ 10+2 ਹੋ ਜਸਟ ਅਬਾਊਟ ਕ੍ਰਾਸ, ਉਹ ਇਸ ਕੰਪੀਟੀਟਿਵ ਵਰਲਡ 'ਚ ਕੁਛ ਵੀ ਨਹੀਂ ਹੈ। ਫਿਰ ਵੀ 21 ਸਾਲ ਤੇ ਲੱਗ ਗਿਆ, ਹਾਲੇ ਤੱਕ ਗ੍ਰੈਜੂਏਸ਼ਨ ਮਸੀਂ ਹੁੰਦੀਆਂ, ਕੋਈ ਕਿਤੇ ਕੰਪਾਰਟਮੈਂਟੇਸ਼ਨ ਕਰਕੇ। ਇਹ ਦੇਖੋ ਬੰਦੇ ਨੇ 4 ਸਾਲ ਜੇ ਨੌਕਰੀ ਵੀ ਕਰ ਲਈ, ਉਹਦਾ ਮੈਂਟਲ ਲੈਵਲ ਇੰਨਾ ਜ਼ਿਆਦਾ, ਉਹਦੀ ਪੋਟੈਂਸ਼ੀਅਲ ਆਪਣੇ ਆਪ ਕਿੰਨੀ ਹੋ ਜਾਊਗੀ। ਮੈਨੂੰ ਕੱਲ੍ਹ ਇੰਟਰਵਿਊ ਕਰਨ ਨੂੰ ਆਇਆ ਕੋਈ ਵੀ ਮੇਰੇ ਕੋਲ ਆਵੇ, 4 ਸਾਲ ਇਹ ਰਗੜਾ ਖਾ ਕੇ ਕਹਿ ਲਓ ਤਨਖਾਹ ਲੈ ਕੇ, ਹੀ ਵਿਲ ਬੀ ਅ ਵੈਰੀ ਬਰਾਈਟ ਵੈਲ ਅਵੇਅਰ ਚਾਈਲਡ। ਉਹਨੂੰ ਤੁਸੀਂ ਇੰਨਾ ਕੰਪੇਅਰ ਨਾ ਕਰੋ। ਤੁਸੀਂ ਦੱਸੋ ਆਮ ਉਮਰ ਕਿਤੇ 25-26 ਤੋਂ ਪਹਿਲਾਂ ਕੋਈ ਨੌਕਰੀ ਲੱਗਦਾ ਹੀ ਨਹੀਂ ਹੈ। ਹਾਂ ਤੁਸੀਂ ਬਿਲਕੁਲ ਕਹਿਤਾ, ਤੁਸੀਂ ਇਸ ਆਪਣਾ ਜਵਾਬ ਲੈ ਕੇ ਜਾਓ। ਮੇਰਾ ਸਵਾਲ ਇਹ ਸੀਗਾ ਕਿ ਜੇਕਰ 21 ਸਾਲ ਦੇ ਵਿੱਚ ਜਾਂ 22 ਸਾਲ ਦੇ ਵਿੱਚ ਰਿਟਾਇਰਮੈਂਟ ਆ ਜਾਏਗੀ 4 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ, ਪਰ ਉਹਦੀ ਸਟੱਡੀ ਜਿਹੜੀ ਹੈ +2 ਰਹੇਗੀ, 4 ਸਾਲ ਦੇ ਗੈਪ ਦੇ ਵਿੱਚ ਉਹਦੇ ਲਈ ਦੁਬਾਰਾ ਸਟੱਡੀ ਕੰਟੀਨਿਊ ਕਰਨੀ ਔਖੀ ਹੋ। ਫਿਰ ਤੁਸੀਂ ਪਹਿਲਾਂ ਇਹ ਗਿਆ ਕਿਉਂ ਪਹਿਲਾਂ ਇੰਨੀ ਜਲਦੀ? ਇਸ ਕਰਕੇ ਜਾਂ ਉਹਦੀ ਫਾਈਨੈਂਸ਼ੀਅਲ ਹਾਲਾਤ ਕਰਕੇ, ਔਰ ਐਜੂਕੇਸ਼ਨ ਉਹਦੀ ਕੰਪੀਟੈਂਸ ਲੈਵਲ ਉਹਦਾ ਇੰਨੀ ਜੋ ਐਕਸਪੋਜਰ ਉਹਦਾ ਸੀਗਾ ਇੰਨਾ ਚੰਗਾ ਨਹੀਂ ਸੀਗਾ। ਹੁਣ ਦੇਖੋ ਨੇ ਜੇ 21 ਸਾਲ 22 ਸਾਲ ਕਰ ਲਏ, ਉਹਨੇ 10 ਕੀਤੀ ਹੈ ਮੈਟ੍ਰਿਕ, ਜੋ ਮਰਜ਼ੀ ਹੈ। ਜੇ ਤੁਸੀਂ ਕੋਈ ਐਜੂਕੇਸ਼ਨ ਹੋਰ ਕਰਨਾ ਚਾਹੁੰਦਾ, ਤੁਸੀਂ ਦੇਖ ਰਹੇ ਤੁਹਾਡੇ ਕੋਲ ਪੋਟੈਂਸ਼ੀਅਲ ਹੈ, ਪੜ੍ਹੋ, ਇੰਨੀ ਓਪਨ ਐਜੂਕੇਸ਼ਨ ਨਾਲੇ ਕੰਮ ਕਰੋ, ਤੁਸੀਂ ਪ੍ਰਾਈਵੇਟਲੀ ਕਰੋ। ਫਿਰ ਤਾਂ ਡਿਗਰੀਆਂ ਹੀ ਚਾਹੀਦੀਆਂ ਵੀ ਹਾਂ ਕੋਈ ਜੋਬ ਲਈ ਗ੍ਰੈਜੂਏਟ ਚਾਹੀਦਾ, ਗ੍ਰੈਜੂਏਟ ਕਰਨ ਨੂੰ ਇਹਨਾਂ ਨੇ ਵੀ ਨਾਲੋਂ ਨਾਲ ਕਿਸੇ ਨੇ ਛੱਡਣਾ ਤਾਂ ਨਹੀਂ ਜਿਹੜਾ ਇੰਨਾ ਐਜੂਕੇਟਡ, ਉਹਨੇ ਆਪਣੇ ਨਾਲ ਕਿਸੇ ਨਾ ਕੋਈ ਆਪਣੀ ਡਿਗਰੀਆਂ ਲਈ ਜਾਣੀ ਜਿਹੜਾ ਇੰਟੈਲੀਜੈਂਟ ਹੈਗਾ। ਬਟ ਅਦਰਵਾਈਜ਼ ਆਲਸੋ ਲੈਟ ਯੂ ਟੈਲ ਮੀ ਇਫ ਸਮਬਡੀ ਹੈਜ਼ ਟੂ ਸਟਾਰਟ ਵਿਦ ਅ ਥਿੰਗ 4 ਸਾਲ ਦੀ ਐਕਸਪੀਰੀਅੰਸ, ਫਿਰ ਰਿਟਾਇਰ ਹੋ ਕੇ 11.5 ਲੱਖ ਉਹਦੀ ਜੇਬ 'ਚ ਪਿਆ ਹੈਗਾ, ਤਨਖਾਹ ਉਹਨੇ ਇੰਨੀ ਸੋਹਣੀ ਲਈ। ਜਦੋਂ ਮੈਂ ਸਟਾਰਟਿੰਗ ਸੈਲਰੀ ਪੰਜਾਬ 'ਚ ਕਿੰਨੀ ਹੈ ਜੇ ਚੰਗੇ ਕੰਮ ਕਰਕੇ, ਈਵਨ ਅ ਡੈਂਟਲ ਸਰਜਨ ਜਿਹੜਾ ਵੀ 10,000 ਹੁਣ ਇੱਥੇ ਕਿੰਨੀ ਅੱਛੀ ਆਈ ਥਿੰਕ ਕਿੰਨੀ 30,000 ਦੱਸਿਆ ਗਿਆ ਹੈਗਾ, 30,000 ਦੇ ਨਾਲ ਉਹਨਾਂ ਦੀ ਸਟਾਰਟਿੰਗ ਹੈਗੀ ਹੈ। ਐਂਡ ਉਹਦੇ ਨਾਲ 4 ਸਾਲ ਕਰਕੇ ਇੰਨਾ ਪੈਕੇਜ ਉਹਨੂੰ ਨਾਲ ਮਿਲ ਰਿਹਾ, ਐਂਡ ਹੀ ਇਜ਼ ਸਟਿਲ ਵੈਰੀ ਯੰਗ ਟੂ ਸਟਾਰਟ ਆਲ ਓਵਰ ਅਗੇਨ। ਇਹ ਚੀਜ਼ ਨੂੰ ਨਾ ਕਰੋ ਕੰਪੇਅਰ। ਹਾਊ ਕੈਨ ਦ ਕੰਟਰੀ, ਦ ਗਵਰਨਮੈਂਟ ਆਲਸੋ ਸਟਾਰਟ ਲੁਕਿੰਗ ਆਫਟਰ ਸੋ ਮੈਨੀ ਪੀਪਲ ਆਲਰੇਡੀ। ਸੋ ਤੁਸੀਂ ਇਹ ਇਸ ਚੀਜ਼ ਸਮਝਣਾ ਚਾਹੀਦਾ ਸੀ। ਯੂ ਹੈਵ ਜਿਹੜਾ ਯੂਥ ਹੈਗਾ ਟੁਡੇ, ਉਹ ਕਿ ਗੈਟਿੰਗ ਸਟਰੇ, ਜਿਹੜੇ ਐਵਰੇਜ ਯੂਥ ਤੁਸੀਂ ਕਹਿੰਦੇ ਡਰੱਗਸ ਵੱਲ ਚਲੇ ਗਿਆ, ਉੱਧਰ ਚਲੇ ਗਿਆ, ਉਹ ਚਲੇ ਗਿਆ, ਐਟਲੀਸਟ ਉਹਦੀ ਐਨਰਜੀ ਹਾਰਨੈਸ ਹੋ ਗਈ ਹੈ, ਉਹਨੇ ਕੁਛ ਆਪਣੇ ਆਪ ਨੂੰ, ਉਹਦੀ ਸੈਲਫ ਕੌਨਫੀਡੈਂਸ ਹੋਰ ਆ ਜਾਊਗੀ ਕਰਕੇ। ਉਹ ਇੰਨੀ ਅੱਗੇ ਪੜ੍ਹਾਈ ਜੋਗਾ ਨਹੀਂ ਸੀਗਾ, ਕਿਉਂਕਿ ਉਹਨੇ ਹੀ ਜੁਆਇਨ ਕਰਨੀ ਹੈ, ਔਰ 4 ਸਾਲ ਦੇ ਇੱਥੇ ਰਗੜਾ ਖਾ ਕੇ ਕਮਾ ਕੇ ਐਕਸਪੋਜਰ ਦੇ ਕੇ ਹੀ ਇਜ਼ ਬੈਟਰ ਟੂ ਸਟੈਪ ਇਨ ਟੂ ਦੀ ਵਰਲਡ। ਉਹੀ ਦੱਸਿਆ 25 ਸਾਲ ਤੋਂ ਪਹਿਲਾਂ ਤਾਂ ਕੋਈ ਕੰਮ ਤੇ ਲੱਗਦਾ ਹੀ ਨਹੀਂ ਹੈ। ਜੇ ਮੈਨੂੰ ਕਿਸੇ ਦੀ ਇੰਟਰਵਿਊ ਲੈ ਕੇ ਕੰਮ ਤੇ ਲਾਉਣਾ ਪਿਆ, ਤੂੰ ਮੈਨੂੰ ਦੱਸੇ ਤੂੰ ਆਹ ਚੀਜ਼ ਦਾ ਐਕਸਪੀਰੀਅੰਸ ਹੈ, ਮੈਂ ਪਹਿਲੀ ਪ੍ਰੈਫਰੈਂਸ ਉਹਨੂੰ ਦਊਂਗਾ। ਬੇਸ਼ੱਕ ਜਿਹੜਾ ਸਿੱਧਾ ਕਾਲਜ ਤੋਂ ਗ੍ਰੈਜੂਏਟ ਕਰਕੇ ਕਲਾਸਾਂ ਮਿਸ ਕਰਕੇ ਜਾਂ ਹੋਰ ਜੋ ਵੀ ਯੂ ਨੋ ਵਾਟ ਇਜ਼ ਐਜੂਕੇਸ਼ਨ ਟੁਡੇ ਅੱਜ ਦੀ ਸਾਡੀ ਲੈਵਲ 'ਤੇ ਅਦਰ ਐਕਟੀਵਿਟੀਜ਼ ਟੇਕ ਦੀ ਟਾਈਮ ਆਫ ਦੀ ਯੂਥ ਅਵੇ, ਐਵਰੀਥਿੰਗ ਸੋ ਮਚ ਅਵੇਲੇਬਲ। ਮੇਰੇ ਲਈ ਜਿਹੜਾ ਬੰਦਾ ਆਇਆ ਉਹਨੇ ਕੁਛ ਨਹੀਂ ਲੂਜ਼ ਕੀਤਾ, ਉਹ ਬਲਕਿ ਹੀ ਵਿਲ ਬੀ ਅ ਬਿਗ ਕੰਪੀਟੀਸ਼ਨ। ਜੋ ਕੁਛ ਉਹਨੇ ਪਹਿਲਾਂ ਮਿਸ ਕੀਤਾ ਹੈਗਾ ਹੁਣ ਦੋਵਾਂ ਤੋਂ ਅੱਗੇ ਲੰਘ ਸਕਦਾ, ਬਿਕੋਜ਼ ਹੀ ਵਾਜ਼ ਐਵਰੇਜ ਪਹਿਲਾਂ। ਹਾਂ ਜਿਹੜਾ ਕੋਈ ਬਹੁਤ ਚੰਗਾ ਪੜ੍ਹਾਈ 'ਚ ਉਹ ਥੋੜ੍ਹੀ ਇੱਦਾਂ ਜੁਆਇਨ ਕਰੂਗਾ।
ਆਫਟਰ ਆਲ ਦ ਵੈਕੈਂਸੀ 40 ਜਾ ਰਹੀ ਆ, ਕੋਈ ਇੰਨੀਆਂ ਤਾਂ ਨਹੀਂ ਆ ਗਈਆਂ। ਅੱਛਾ, ਇੱਕ ਨੌਜਵਾਨਾਂ ਦਾ ਸਵਾਲ ਹੈਗਾ, ਇਸੇ ਜਿਹੜੇ ਸਵਾਲ ਨੂੰ ਲੈ ਕੇ ਜਿਹੜਾ ਨੌਜਵਾਨ ਵਿਰੋਧ ਵੀ ਕਰਦੇ ਆ ਰਹੇ ਨੇ, ਤਾਂ ਇਹਦਾ ਤੁਹਾਡਾ ਲੰਬਾ ਤਜਰਬਾ ਹੈਗਾ, ਜਦੋਂ ਨੌਜਵਾਨ 4 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਹੋਣਗੇ ਤਾਂ ਉਹਨਾਂ ਦੇ ਲਈ ਜੋਬ ਓਪਰਚੁਨਿਟੀ ਕਿਹੜੇ ਮਹਿਕਮਿਆਂ ਦੇ ਵਿੱਚ ਜ਼ਿਆਦਾ ਰਹਿਣਗੀਆਂ? ਪਹਿਲਾਂ ਉਹੀ ਜਿਹਦੇ ਵਿਰੋਧ ਕੌਣ ਕਰ ਰਿਹਾ, ਵਿਚਾਰਾ ਨੌਜਵਾਨ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ। 16 ਸਾਲ ਵਾਲਾ ਕੋਈ ਵਿਰੋਧ ਕਰ ਸਕਦਾ? ਇਹ ਜਿਹੜੇ ਆਲ ਬਿਯੋਂਡ ਕਰਦੇ ਪਏ ਆ, ਪਲੀਜ਼ ਤੁਸੀਂ ਦੇਖੋ ਕਿਹੜਾ 16 ਸਾਲ ਵਾਲਾ ਜਿਹੜਾ ਕਿ ਇਹ ਤਾਂ ਸਿਰਫ ਤੁਹਾਡੀ ਮੀਡੀਆ ਦੀ ਹਾਈਪ ਹੈਗੀ, ਵਿਰੋਧ ਹੋ ਰਿਹਾ। ਕੋਈ 17 ਸਾਲ ਦੇ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕੀ ਹੈਗਾ। ਉਹ ਤਾਂ 10ਵੀਂ ਤੇ 12ਵੀਂ ਚੱਕਿਆ, ਹੁਣ ਬਾਅਦ 'ਚ ਕੀ ਲੋਗੇ ਤੁਸੀਂ? ਮੈਂ ਦੱਸ ਰਿਹਾ, ਕਿਸੇ ਜੋਬ ਲਈ ਜੇ ਮੈਂ ਇੰਟਰਵਿਊ ਲੈਣਾ, ਅਦਰ ਦੈਨ ਜਿਹੜੀ ਤੁਹਾਨੂੰ ਕਹਿੰਦੇ ਕੁਆਲੀਫਿਕੇਸ਼ਨਸ ਆਰ ਰਿਕੁਆਇਰਡ, ਟੂਡੇ ਵੀ ਆਰ ਆਲਸੋ ਕਮਿੰਗ ਟੂ ਅ ਸਿਸਟਮ, ਬੇਸਿਕ ਸਿਸਟਮ ਗਲੋਬਲੀ ਕੀ ਹੈ, ਦੇਰ ਇਜ਼ ਵਨ ਲੈਵਲ of doing your A level, ਜਿਹਨੂੰ ਕਹਿੰਦੇ 10+2 equivalent ਪੜ੍ਹਾਈ ਕਰਕੇ you live to a certain level of your employability ਦੀ ਕਿੱਥੇ ਹੈਗਾ। ਗ੍ਰੈਜੂਏਟ ਕਰਦੇ ਤੁਸੀਂ ਗ੍ਰੈਜੂਏਟ ਕਰਦੇ ਇੰਜੀਨੀਅਰਿੰਗ, ਆਲਸੋ ਗ੍ਰੈਜੂਏਸ਼ਨ ਦੇ ਬਾਅਦ ਤੁਸੀਂ ਇੰਜੀਨੀਅਰ ਬਣਦੇ ਆ। ਸੇਮ ਥਿੰਗ ਅਬਾਊਟ ਔਨ ਦ ਮੈਡੀਕਲ ਸਾਈਡ, ਜਸਟ ਗ੍ਰੈਜੂਏਸ਼ਨ in medicine puts you to such a high level। ਸੋ ਬਹੁਤ ਹਾਈ ਲੈਵਲ 'ਤੇ ਸਮਝਣੀ ਚਾਹੀਦੀ। ਪਰ ਹੁਣ ਸਾਡਾ ਜੇ ਕਿ ਸਾਰਿਆਂ ਨੂੰ ਭੇਡ ਚਾਲ, ਸਾਰਿਆਂ ਨੂੰ ਗ੍ਰੈਜੂਏਟ ਕਰ ਲਓ, ਪੋਸਟ ਗ੍ਰੈਜੂਏਸ਼ਨ ਕਰ ਲਓ। ਹੁਣ ਮੇਰੇ ਕੋਲ ਇੱਥੇ ਇੰਪਲੋਇਮੈਂਟ ਜੋ ਵੀ ਮੈਂ ਦਿੰਦਾ, ਮੇਰੇ ਲਈ ਗ੍ਰੈਜੂਏਟ ਆ ਜਾਵੇ ਜਾਂ ਪੋਸਟ ਗ੍ਰੈਜੂਏਟ ਆ ਜਾਵੇ, ਵਿਚਾਰੇ ਨੂੰ ਸ਼ੁਰੂ ਉੱਥੇ ਹੀ ਹੋਣੀ ਸੇਮ ਤਨਖਾਹ। ਜਿਹਨੇ 2 ਸਾਲ ਜ਼ਿਆਦਾ ਲੈ ਤੇ ਉਹਨੂੰ ਮੇਰੇ ਤੋਂ ਕੋਈ ਜ਼ਿਆਦਾ 1 ਪੈਸਾ ਨਹੀਂ ਮਿਲ ਰਿਹਾ। ਟੂ ਮੀ ਹਿਜ਼ ਵਰਕ ਰਿਲੇਟਡ ਐਕਸਪੀਰੀਅੰਸਿਸ ਕੁਛ ਵੀ ਨਹੀਂ ਨਾ। ਉੱਥੇ ਨੈਚੁਰਲੀ ਉਹਨੇ ਪੜ੍ਹਾਈ ਕੀਤੀ, ਮੇ ਬੀ ਟਮੋਰੋ ਹੀ ਮੇ ਪ੍ਰੋਗਰੈਸ ਐਂਡ ਗੋ ਹੈਡ, ਬਟ ਮੇਰੇ ਲਈ ਸਟਾਰਟਿੰਗ ਜੋਬ ਲਈ ਦੋਵੇਂ ਬਰਾਬਰ ਹੈ। ਸੋ ਜਿਹੜੀ ਕੁਆਲੀਫਿਕੇਸ਼ਨ ਦਿਸ ਆਰ ਅ ਬਿਗਰ ਵਾਸਟਰ ਸਬਜੈਕਟ। ਕਿਸ ਚੀਜ਼ ਲਈ ਅਫਕੋਰਸ ਉਹ ਵੀ ਕੁਛ ਸਿਸਟਮ ਹੋਣਾ ਚਾਹੀਦਾ, ਇਸ ਚੀਜ਼ ਨੂੰ ਆਹ ਕੁਆਲੀਫਿਕੇਸ਼ਨ ਚਾਹੀਦੀ ਹੈ। ਸੋ ਹੀ ਸਟਿਲ ਹੈਜ਼ ਗੋਟ ਅ ਥਿੰਗ ਐਂਡ ਹੀ ਗੋਟ ਹੈਲ ਆਫ ਅ ਲੋਟ ਆਫ ਟਾਈਮ। ਦੇਖੋ ਜਦੋਂ ਮੈਂ ਕਹਿੰਦਾ ਹੈਗਾ ਕਿ 25 ਸਾਰਿਆਂ ਨੇ ਜਿਹੜਾ ਅਖੀਰ ਵੀ ਯਾਨੀ 24 ਸਾਲ ਤੇ ਉਹਨੇ ਨਾ 25 ਸਾਲ ਤੇ ਫ੍ਰੀ ਹੋ ਜਾਣਾ, ਜਿਹੜਾ 21 ਤੇ ਵੀ ਜੁਆਇਨ ਕੀਤਾ। ਐਂਡ ਤੁਹਾਨੂੰ ਪਤਾ 21-25 ਸਾਲ ਦੇ ਕਿਤੇ ਕੋਲ ਕਿਹੜਾ ਕੰਮ ਹੈਗਾ, ਕੁਛ ਵੀ ਸ਼ੁਰੂ ਕਰ ਸਕਦਾ, ਜਿਹੜੀ ਆਪਣੀ ਪੋਟੈਂਸ਼ੀਅਲ ਸਮਝ ਸਕਦਾ। ਔਰ ਉਹਨੇ ਵੀ ਇਹ ਜਿਹੜੀ ਪੋਟੈਂਸ਼ੀਅਲ ਹੈ ਕਿ ਉਹਨੂੰ ਵੀ ਪਤਾ ਯੰਗਸਟਰ ਨੂੰ ਕਿ ਮੇਰੇ ਕੋਲ 4 ਸਾਲ ਬਾਅਦ ਮੈਂ ਜਾਣਾ। ਆਲਰੇਡੀ ਹੀ ਇਜ਼ ਪਲੈਨਿੰਗ, ਹੀ ਇਜ਼ ਇੰਟੈਲੀਜੈਂਟ ਗਾਏ। ਉਹ ਕੁਛ ਨਾ ਕੁਛ ਨਾਲ ਆਪਣੀ ਪੂਰੀ ਤਿਆਰੀ ਰੱਖ ਰਿਹਾ, ਉਹਨੇ ਕਿੱਧਰ ਜਾਣਾ। ਅੱਛਾ, ਤੁਹਾਡਾ ਲੰਬਾ ਤਜਰਬਾ ਹੈਗਾ, ਆਖਿਰਕਾਰ ਬਹੁਤ ਸਾਰੇ ਇਹ ਵੀ ਸਵਾਲ ਹੈਗੇ ਨੇ ਕਿ ਇਹ ਸਕੀਮ ਦੀ ਲੋੜ ਕਿਉਂ ਪਈ, ਕਿ ਕਿਉਂ ਸਕੀਮ ਲਿਆਉਣੀ ਪਈ? ਪਹਿਲਾਂ ਤਾਂ ਅਮੂਮਨ 10-15 ਸਾਲ ਨੌਕਰੀ ਕਰਕੇ ਹੁੰਦੇ ਸੀਗੇ ਤਾਂ ਉਹਦੀ ਪੈਨਸ਼ਨ ਵੀ ਲੱਗ ਜਾਂਦੀ ਸੀਗੀ, ਤਾਂ ਇੱਕ ਇਹ ਆਸ ਹੁੰਦੀ ਸੀਗੀ ਕਿ ਜਦੋਂ ਰਿਟਾਇਰਮੈਂਟ ਆਵਾਂਗੇ ਤਾਂ ਸਾਨੂੰ ਇੱਕ ਪੈਨਸ਼ਨ ਵੀ ਮਿਲ ਜੂਗੀ। ਇਹ ਸਕੀਮ ਲਿਆਉਣ ਦੀ ਲੋੜ ਕਿਉਂ ਮਹਿਸੂਸ ਹੋਈ? ਤੁਹਾਨੂੰ ਇਹੀ ਦੱਸਿਆ ਕਿ ਨਾ ਉਹ ਜਿਹੜੀਆਂ ਚੀਜ਼ਾਂ ਕਿ ਨੰਬਰ ਮੇਰੇ ਲਈ ਤਾਂ 2 ਹੀ ਚੀਜ਼ਾਂ ਮੇਰੀ ਹੋਈਆਂ। ਵਨ ਬੇਸਿਕ ਥਿੰਗ ਇਜ਼ ਟੂ ਕੀਪ ਦ ਫਾਈਟਿੰਗ ਆਰਮ ਯੰਗ। ਇਟ ਇਜ਼ ਰਿਕੁਆਇਰਡ ਟੂ ਬੀ ਯੰਗ ਐਂਡ ਅਜਾਈਲ। ਓਕੇ, ਹੁਣ ਸਾਡੇ ਦੂਸਰੇ ਪਾਸਿਓਂ ਕਿ ਨਾ ਦੇਖੋ, ਮੇਰੇ ਟਾਈਮ ਵੀ ਮੇਰੇ ਫਾਦਰ ਮੇਜਰ ਸਾਹਿਬ ਸੀਗੇ, 48 ਈਅਰਸ ਵਾਜ਼ ਦੀ ਰਿਟਾਇਰਮੈਂਟ ਏਜ। ਅਸੀਂ ਸਲੋਲੀ ਜਾ ਕੇ 56-58 ਤੇ ਲੈ ਗਏ। ਤਾਂ ਸਰਵਿਸਿਜ਼ ਆਰ ਗੈਟਿੰਗ ਐਂਡ ਵੈਨ ਇਟ ਕਮ ਟੂ ਦ ਐਕਚੁਅਲ ਫਿਜ਼ੀਕਲ ਫਿਟਨੈਸ ਟਾਈਮ, ਯੂ ਡੋਂਟ ਨੀਡ ਏਜਡ ਆਰਮੀ ਐਂਡ ਸੋਲਜਰ। ਸੋ ਉਸ ਚੀਜ਼ਾਂ ਲਈ ਜਿਹੜੀ ਰਿਕੁਆਇਰਮੈਂਟ ਆਫ ਯੰਗ ਪੀਪਲ, that is one reason to keep the fighting force young। ਕਾਹਦੇ ਲਿਆਏ ਇਹ ਦੂਜੀ ਪਹਿਲੀ ਗੱਲ ਹੈ। ਦੂਜਾ ਮੇਰੇ ਲਈ ਜਿਹਨ ਕਿ see there is to make a strong amount of reserve force available। ਦੇਖੋ ਜਿਹਨੇ 4 ਸਾਲ ਜਿਹਨੇ ਟ੍ਰੇਨਿੰਗ ਕੀਤੀ ਹੋ ਪਈ ਹੈ, ਟਮੋਰੋ ਕਾਲਡ ਅਪੋਨ ਐਨੀ ਰਿਕੁਆਇਰਮੈਂਟ, ਕੱਲ੍ਹ ਇਹੋ ਜਿਹੀ ਕੰਟਰੀ ਦੀ ਇਹੋ ਜਿਹੀ ਚੀਜ਼ ਹੁੰਦੀ, ਬਾਹਰਲੀਆਂ ਕੰਟਰੀ 'ਚ ਕੰਪਲਸਰੀ ਇਨਸਕ੍ਰਿਪਸ਼ਨ ਹੁੰਦੀਆਂ ਕਿ ਕੰਪਲਸਰੀ ਸਾਰਿਆਂ ਨੂੰ ਜੁਆਇਨ ਕਰਨਾ। ਸਾਡੇ ਕੋਲ ਟ੍ਰੇਨਡ ਬੰਦੇ ਹੈਗੇ ਆ, ਹਰ ਸਾਲ ਜੇ ਜਿੰਨੀਆਂ ਵੈਕੈਂਸੀਆਂ ਕਰੂਗੇ ਇੰਨੇ ਕੁ ਬੰਦੇ ਸਾਡੇ ਕੋਲ ਹੋਈ ਜਾਂਦੇ। ਬਿਕੋਜ਼ ਲਾਈਕ ਆਈ ਸੈਡ, ਆਮ ਬੰਦਾ ਅਪ ਟੂ 35-40 ਇਜ਼ ਫਾਈਟਿੰਗ ਫਿਟ। ਉਹ ਟੁਡੇ ਜਿਹੜੇ ਸੀਓਜ਼ ਕਮਾਂਡ ਕਰਦੇ ਆ 40 ਸਾਲ ਤੋਂ ਅਰਾਊਂਡ ਦੇ ਹੈਗੇ, ਹੀ ਇਜ਼ ਰਾਈਟ ਇਨ ਦ ਫਰੰਟ। ਸੋ ਐਟਲੀਸਟ ਜਿਹਨੂੰ ਇਹ 21 ਦਾ 25 ਨੇ ਛੱਡਿਆ 15 ਸਾਲ, ਉਹਦੇ ਕੋਲ ਅਵੇਲਿਟੀ ਹਾਲੇ ਵੀ ਹੈ ਟੂ ਬੀ ਵੈਰੀ ਰਿਕੁਆਇਰਡ ਟੂ ਕਾਲ ਫॉर ਅ ਡਿਊਟੀ। ਅੱਛਾ, ਕਈ ਰਿਟਾਇਰਡ ਅਫਸਰ ਹੈਗੇ ਨੇ, ਉਹ ਇਸ ਫੈਸਲੇ ਨੂੰ ਗਲਤ ਦੱਸ ਰਹੇ ਨੇ। ਉਹ ਕਹਿੰਦੇ ਨੇ ਕਿ ਇਹ ਸਿਰਫ ਸਰਕਾਰ ਨੇ ਆਪਣਾ ਬਜਟ ਘਟਾਉਣ ਦੇ ਲਈ, ਆਪਣਾ ਪੈਸਾ ਬਚਾਉਣ ਦੇ ਲਈ ਕਹਿੰਦੇ ਇਹ ਸਕੀਮ ਲੈਂਦੀ, ਇਹਦੇ ਨਾਲ ਕਹਿੰਦੇ ਐਕਸਪੀਰੀਅੰਸ ਦੀ ਘਾਟ ਆ ਜਾਏਗੀ ਫੌਜ ਦੇ ਵਿੱਚ। ਮੈਂ ਤੁਹਾਨੂੰ ਬਾਰ-ਬਾਰ ਦੱਸ ਚੁੱਕਾ ਗਾ ਐਕਸਪੀਰੀਅੰਸ ਜਿਹੜਾ ਨਾ, ਦੇਖੋ ਅਸੀਂ ਵੀ ਇਹ ਚੀਜ਼ ਕਹਿੰਦੇ ਇੱਕ ਪਾਸੇ ਤੁਹਾਡਾ ਏਮ ਹੋ ਗਿਆ ਸੀ, ਦੇਰ ਇਜ਼ ਅ ਸਰਟਨ ਅਮਾਊਂਟ ਆਫ ਯੰਗ ਲੋਟ ਰਿਕੁਆਇਰਡ ਸੀ। ਫੌਜ ਉਨੇ ਬੰਦੇ ਰਹਿਣੇ, ਹੁਣ ਆਹੀ ਜਿਹਨੇ ਜੁਆਇਨ ਕੀਤਾ, ਜਿਹਨੇ ਐਕਸਪੈਂਡ ਕੀਤਾ। ਅੱਛਾ ਜਦੋਂ ਹੁਣ OR ਦੇ ਰੈਂਕ ਵਿੱਚ ਔਰ JCO ਦੇ ਰੈਂਕ ਵਿੱਚ, he could be 50-55, you want a younger force। ਓਕੇ, ਕਾਰਡ ਦੇ ਆਉਣ ਦਾ ਮਤਲਬ ਜਿਹੜੇ ਕਿ ਨੰਬਰ ਤਾਂ ਸਾਡੇ ਉਹੀ ਰੱਖਣੇ ਆ। ਓਕੇ, ਤੁਸੀਂ ਜਾਣੀ ਕਿ ਜੇ ਅਸੀਂ 25% ਇਹਨਾਂ ਨੇ ਰਿਟੇਨ ਵੀ ਕਰ ਰਹੇ ਹੈਗੇ, ਸੋ ਟੂ ਕੀਪ those will be selected, those who are good and those who are for other thing, ਉਹਨਾਂ ਨੂੰ ਰੱਖਣੇ ਹੈਗੇ। ਸੋ ਨੰਬਰ ਘਟਣਾ ਨਹੀਂ ਆ ਕਦੀ।
ਨੰਬਰ ਤਾਂ ਨਹੀਂ, ਯਾਨੀ ਕਿ ਸਰਕਾਰ ਕੋਈ ਘਟਾ ਨਹੀਂ ਰਹੀ, ਤਾਂ ਇਹਨਾਂ ਵੀ ਨੰਬਰ ਰਿਜ਼ਰਵ ਦਾ ਵਧਾ ਰਹੀ ਹੈ। ਅੱਛਾ, ਜਿਹੜੇ 25% ਰੱਖਣਗੇ ਅੱਗੇ ਜਾ ਕੇ, ਇਹਦੇ ਲਈ ਕ੍ਰਾਈਟੇਰੀਆ ਕੀ ਰਹੇਗਾ ਫਿਰ? ਇਹ ਤਾਂ ਸਿਲੈਕਸ਼ਨ ਹੈ, ਨੈਚੁਰਲੀ ਕ੍ਰਾਈਟੇਰੀਆ ਉਹੀ ਹੋਊਗਾ ਕਿ ਸਮਬਡੀ ਸ਼ੋਜ਼ ਦੇਰ ਇਜ਼ ਆਫਟਰ ਆਲ ਸਾਰੀਆਂ ਉਂਗਲੀਆਂ ਸੇਮ ਨਹੀਂ ਹੈਗੇ। ਐਂਡ ਪਹਿਲਾਂ ਤਾਂ ਚੀਜ਼ ਇਸ ਇਜ਼ ਨਾਟ ਓਨਲੀ ਉਹਦੇ ਕੋਲ ਚੋਇਸ ਹੋ ਗਈ, ਚੋਇਸ ਮੈਨੂੰ ਲੱਗਦਾ ਕਿ ਛੱਡਣ ਵਾਲਿਆਂ ਦੀ ਸ਼ਾਇਦ ਜ਼ਿਆਦਾ ਚੋਇਸ ਹੋਵੇ। ਉਹ ਇੰਨਾ ਚੀਜ਼ ਸਮਝ ਗਿਆ, ਉਹਨੇ ਸਿਪਾਹੀ ਜੁਆਇਨ ਕੀਤਾ, ਉਹ ਤਾਂ ਆਪਣੀ ਬੈਟਰ ਫਿਊਜ਼ ਦੇਖਣ ਨੂੰ, ਛੱਡਣ ਵਾਲੇ ਜ਼ਿਆਦਾ ਹੋ ਗਏ। ਪਰ ਦੂਜੇ ਜਨਰਲ ਜਿਹੜੇ ਐਵਰੇਜ ਹੈਗੇ ਕਿ ਕਹਿੰਦੇ ਉਹ ਕਿਸ ਤਰੀਕੇ ਮੈਨੂੰ ਪਰਮਨੈਂਟ ਹੋ ਜਾਵਾਂ। ਸੋ ਪਰਮਨੈਂਟ ਜਿਹੜੇ ਮੇਰੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਰਹਿਣਾ ਹੋਊਗਾ, ਉਹ ਇਹ ਜਿਹੜੀ ਕੰਪੀਟੀਸ਼ਨ is on not that the best will stay behind. I feel some very good people will leave. ਉਹਨਾਂ ਨੇ ਦੇਖ ਲਿਆ ਆਪਣਾ ਐਕਸਪੋਜ਼ਰ ਲੈ ਕੇ। ਅਸੀਂ ਦੇਖੇ ਸਾਡੇ ਨਾਲ ਕਈ ਆਫਿਸਰਸ ਜਿਹੜੇ ਹੈਗੇ ਆ ਜਿਹਨੂੰ ਕਹਿੰਦੇ ਅਸੀਂ ਥਰੂ ਰੈਂਕ ਕਮਿਸ਼ਨ ਹੋਏ ਹੋ, ਦੇ ਹੈਵ ਜੁਆਇਨਡ ਐਜ਼ ਅ ਸੋਲਜਰ, ਬਟ ਉਹਨਾਂ ਨੇ ਦੇਖਿਆ ਸਡਨਲੀ ਇਹ ਕਿੱਥੇ ਮੈਂ ਆ ਗਿਆ। ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈਗੀ ਆ। ਉਹਨਾਂ ਨੇ ਐਗਜ਼ਾਮ ਦਿੱਤੇ, ਉਹਨਾਂ ਨੇ ਅਫਸਰ ਲੈਵਲ 'ਤੇ 2-2 3-3 ਸਾਲ ਏਅਰਮੈਨ ਰਹਿ ਕੇ ਉਹ ਡਿਸਟਿੰਗ ਅਫਸਰ ਕਮਿਸ਼ਨ ਲਈ ਹੈਗੀ, ਐਂਡ ਦੇ ਆਰ ਡਨ ਵੈਰੀ ਵੈਰੀ ਵੈਲ। ਸੋ ਤੁਹਾਨੂੰ ਆਪਣੀ ਪੋਟੈਂਸ਼ੀਅਲ ਦਾ ਬਹੁਤ ਜ਼ਿਆਦਾ ਪਤਾ ਲੱਗ ਸਕਦਾ ਹੈ ਕਿ ਤੁਸੀਂ ਪੈਨਸ਼ਨਾਂ ਵੱਲ ਕੌਣ ਸੋਚਦਾ। ਯੰਗ ਚੈਪ 24 ਸਾਲ ਪੈਨਸ਼ਨ ਕਿੱਥੇ, ਪੈਨਸ਼ਨਾਂ 50-60 ਸਾਲ ਤੇ ਗੱਲ ਕਰਾਂਗੇ। ਤੁਸੀਂ ਤਾਂ ਸਾਰੀ ਦੁਨੀਆ ਵਿੱਚ ਹਾਲੇ ਤਾਂ ਤੁਸੀਂ ਯੂ ਗॉट ਯੂਰ ਹੋਲ ਯੂਥ ਯੂਰ ਮਿਡਲ ਏਜ ਟੂ ਅਰਨ ਮਨੀ ਐਂਡ ਲਿਵ ਲਾਈਫ। ਤੁਸੀਂ ਦੱਸੋ, ਤੁਸੀਂ ਆਪਣੀ ਪੈਨਸ਼ਨ ਦੇ ਬਾਰੇ ਅੱਜ ਸੋਚਦੇ ਪਏ ਹੋ? ਹਲੇ ਸੋਚਣ ਲੱਗ ਪਏ ਹੁਣੇ ਤੋਂ, ਹੱਸਦੇ ਪਏ ਹੋ, ਬਿਕੋਜ਼ ਇਹ ਸੋਚਣ ਦਾ ਟਾਈਮ। ਇਹ ਸਾਰਾ ਪੋਲੀਟੀਸ਼ੀਅਨ ਪੁਰਾਣੇ ਨੂੰ ਆਪਣੇ ਓਲਡ ਪੀਪਲ ਓਲਡ ਥਾਟਸ ਸਮਝ ਆਈ ਕਿ ਨਹੀਂ? ਉਹ ਉਹਨਾਂ ਨੂੰ ਫਿਕਰ ਹੈ, ਉਹ ਨਾ ਫਿਕਰ ਕਰਨ ਜੀ ਤੁਹਾਨੂੰ ਪੈਨਸ਼ਨ ਮਿਲ ਗਈ। ਜਿਹੜੇ ਯੰਗਸਟਰ ਹੈ ਉਹਨਾਂ ਨੇ ਆਪਣੀ ਕਿਸਮਤ ਲੈ ਕੇ ਅੱਗੇ ਜਾਓਗੇ, ਆਪਣੇ ਦੇ ਵਿਲ ਡੂ ਬੈਟਰ। ਕਿਸੇ ਨਾਲ ਪਿੱਛੇ ਨਹੀਂ ਰਹਿਣਾ ਇਹਨਾਂ ਨੇ। ਅੱਛਾ, ਆਖਰੀ ਸਵਾਲ ਮੈਂ ਲਊਂਗਾ, ਤੁਸੀਂ ਇਹਦੇ ਬੈਨੀਫਿਟ ਤਾਂ ਬਹੁਤ ਦੱਸਦੇ ਨੇ ਕਿ ਇਹਦੇ ਫਾਇਦੇ ਹੈਗੇ ਨੇ, ਇੱਕ ਸਕੀਮ ਚੰਗੀ ਸਕੀਮ ਇਹਨੂੰ ਦੱਸਦਾ ਹੈ। ਤਾਂ ਟੀਵੀ ਦੇ ਵਿੱਚ ਅਸੀਂ ਅੱਜ ਦੇਖ ਰਹੇ ਹਾਂ ਰੇਲ ਗੱਡੀਆਂ ਤੱਕ ਜਿਹੜੀਆਂ ਨੇ ਫੂਕ ਦਿੱਤੀਆਂ ਗਈਆਂ ਨੇ, ਵਿਰੋਧ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਫਿਰ? ਇਹ ਗੱਲਾਂ ਮੈਂ ਅਪੋਲੀਟੀਕਲ ਹੈ, ਮੈਂ ਤਾਂ ਸਾਰੀ ਪੋਲੀਟਿਕਸ ਹੈਗੀ ਹੈ। ਇਟ ਇਜ਼ ਟੂ ਮੀ ਇਜ਼ ਅ ਮਾਸਟਰ ਸਟ੍ਰੋਕ। ਆਈ ਗਿਵ ਲੋਟ ਆਫ ਮਾਰਕਸ ਟੂ ਸਾਡੇ 3 ਚੀਫ ਬਣੇ ਆ ਜਿਹੜੇ ਹੈਗੇ ਆ। ਓਕੇ, ਐਵੇਂ ਨਹੀਂ ਜਾਣੀ ਕਿ ਨਾ ਠੀਕ ਹੈ ਦੱਸ ਲੈ ਕਿ ਦੇ ਆਰ ਨਾਟ ਕੋਈ ਪਪਟ ਸਿਟਿੰਗ ਓਵਰ ਦੇਅਰ, ਦੇ ਆਰ ਵੈਰੀ ਇੰਟੈਲੀਜੈਂਟ ਪੀਪਲ, ਦੇ ਆਰ ਸਿਲੈਕਟਡ ਪੀਪਲ, ਐਂਡ ਆਈ ਲਾਈਕ ਯੂ ਸ਼ੁੱਡ ਬੀ ਵੈਰੀ ਰਿਸਪੈਕਟਫੁਲ ਐਂਡ honor their acceptance and bring out the scheme. ਪਹਿਲਾ ਚੀਜ਼ ਗੱਲ ਇਹ ਡਿਸਕਸ਼ਨ ਉੱਥੇ ਹੀ ਖਤਮ ਹੋਣੀ ਚਾਹੀਦੀ। do not politicize the defense forces please. ਤੁਸੀਂ ਸੋਚਦੇ ਕਿ ਐਵੇਂ 3 ਚੀਫਸ ਨੇ ਨਾ ਹਾਂ ਕਰਤੀ ਜਾਂ ਕਿਸੇ of the government? Yes, government job is to they have put the decision, they take the advice not, but is ultimately the decision of the 3 chiefs. And I am being a soldier, ਮੇਰੀ ਇੰਨੀ ਜਨਰੇਸ਼ਨ ਤੋਂ ਮੈਂ ਫੌਜੀ ਰਿਹਾ ਹੈਗਾ, ਮੈਂ ਕਹਿੰਦਾ ਸਾਡਾ ਸਿਲੈਕਸ਼ਨ ਪ੍ਰੋਸੈਸ ਇਜ਼ ਸੋ ਗੁੱਡ ਐਂਡ ਸਾਡੀ ਤਿੰਨੋਂ ਚੀਫਸ ਦੀ ਇਹ ਡਿਸੀਜਨਸ ਹੈਗੀਆਂ। ਠੀਕ ਹੈ। ਸੋ ਉਹਦੇ ਨਾਲ ਤੁਸੀਂ ਨਾ ਉਹਦੇ ਨਾਲ ਹੁਣ ਦੇਖੋ ਨਾ ਇਮੈਜਿਨ ਕਾਮਨ ਜੇ ਗੱਡੀਆਂ ਚਲਾ ਰਹੇ ਤਾਂ ਪਲੀਜ਼ ਇਹ ਤਾਂ ਦਿਸ ਇਜ਼ ਪੋਲੀਟੀਕਲ। ਇਹ ਸਵਾਲ ਮਿਹਨਤ ਨਾ ਕਰੋ। ਠੀਕ ਹੈ ਸਰ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਰਿਟਾਇਰਡ 에ਅਰ ਵਾਈਸ ਮਾਰਸ਼ਲ ਹੈਗੇ ਨੇ ਸਰਬਜੀਤ ਸਿੰਘ ਹੋਠੀ ਹੁਣੀ। ਤਾਂ ਇਹਨਾਂ ਦੇ ਵੱਲੋਂ ਜਿਹੜੀ ਸਕੀਮ ਹੈਗੀ ਹੈ ਅਗਨੀਪਥ, ਉਸ ਨੂੰ ਇੱਕ ਵਧੀਆ ਸਕੀਮ ਦੱਸਿਆ, ਕਿਹਾ ਗਿਆ ਕਿ ਇਹਦੇ ਨਾਲ ਬੇਰੁਜ਼ਗਾਰੀ ਘਟੇਗੀ। ਪਰ ਇਸ ਨੂੰ ਲੈ ਕੇ ਦੂਜੇ ਪਾਸੇ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ 4 ਸਾਲ ਦੀ ਨੌਕਰੀ ਤੋਂ ਬਾਅਦ ਬੇਰੁਜ਼ਗਾਰੀ ਹੋਰ ਵੱਧ ਜਾਏਗੀ। ਇਸੇ ਨੂੰ ਲੈ ਕੇ ਜਿਹੜੇ ਨੇ ਉਹ ਨੌਜਵਾਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਬਣੇ ਹੋਏ ਨੇ। ਹਾਲਾਂਕਿ ਕੁਝ ਹੱਦ ਤੱਕ ਜਿਹੜੇ ਨੇ ਉਹ ਸਵਾਲਾਂ ਦੇ ਇਹਨਾਂ ਨੇ ਕਲੀਅਰ ਕੀਤਾ ਹੈਗਾ ਕਿ ਜੇਕਰ ਕੋਈ ਨੌਜਵਾਨ ਅੱਗੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਤੇ 4 ਸਾਲ ਦੀ ਨੌਕਰੀ ਤੋਂ ਬਾਅਦ ਵੀ ਉਹਨਾਂ ਦੇ ਕੋਲ ਬਹੁਤ ਸਾਰੀਆਂ ਆਪਸ਼ਨ ਹੈਗੀਆਂ ਨੇ। ਪਰ ਵਿਰੋਧ ਦੇਸ਼ ਦੇ ਵਿੱਚ ਲਗਾਤਾਰ ਜਾਰੀ ਹੈ। ਇਹ ਕਦੋਂ ਤੱਕ ਹੁੰਦਾ ਜਾਂ ਸਰਕਾਰ ਦਾ ਕੀ ਅੱਗੇ ਫੈਸਲਾ ਹੁੰਦਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ।